सत श्री अकाल जी, मैं हां संदेश अलग शर्मा। जगबानी टीवी ते तुहाडा सब दा बहुत-बहुत स्वागत है। मुख्यमंत्री पंजाब से ये जानने आग्रह किया कि वो अपने समझ से जो हमारे एडमिनिस्ट्रेटिव और लीगल लोग हैं उनसे जो यथासंभव कानूनी तरीके से संभव एक्शन है उसको इनिशिएट करवाएं और उसमें बहुत सारा एक्शन इनिशिएट हुआ। दूसरा मामला जिसको प्रदेश कांग्रेस कमेटी ने उठाया था माननीय मुख्यमंत्री के साथ, वो था कि 3 कानूनों को जो कृषि कानून हैं भारत सरकार ने बनाए हैं उनको निरस्त किया जाए। क्योंकि ये एक संवैधानिक प्रश्न है, इसमें राज्य सरकार की क्या सीमा है और संविधान क्या कहता है वो सब कुछ देखना पड़ेगा। मगर फिर भी माननीय मुख्यमंत्री जी ने मुझे बताया है कि वो और उनकी गवर्नमेंट पहले भी प्रोएक्टिव रहे हैं और उन्होंने 3 कानूनी पास नहीं करवाए, बल्कि उन कानूनों को लेकर के यथासंभव राजनीतिक दबाव भी बनाया। और ये भी एक तथ्य है कि देश भर में जितनी भी सरकारें आई हैं उन सरकारों ने पंजाब के कानूनों को बनाए हुए विधानसभा द्वारा पारित कानूनों को आधार बना करके जो है आपने वहाँ भी कानून बनाए हैं जिससे किसानों के पक्ष में देश दिखाई दे, वातावरण दिखाई दे। क्योंकि गवर्नर बैठे रह गए, उनके आकाओं ने उनसे कहा नहीं इन कानून इस पर बैठे रहो, कुछ इसको भेजना नहीं है, कुछ करना नहीं है। ਅੱਜ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ। ਬਿਜਲੀ ਦੇ ਕੱਟ ਵੀ ਲੱਗ ਰਹੇ ਹੈ, ਬਿਜਲੀ ਦੇ ਰੇਟ ਵੀ ਵੱਧ ਗਏ ਹੈ, ਬਿੱਲ ਵੀ ਬਹੁਤ ਵੱਡੇ ਆਉਣ ਲੱਗ ਗਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਅਸੀਂ 24 ਘੰਟੇ ਬਿਜਲੀ ਦਿੰਦੇ ਸੀ ਤੇ ਐਸਸੀ ਤੇ ਬੀਸੀ ਭਾਈਚਾਰੇ ਨੂੰ 200 ਯੂਨਿਟ ਹਰ ਮਹੀਨੇ ਹਰ ਬਿੱਲ ਵਿੱਚ ਮੁਫਤ ਦਿੰਦੇ ਸੀ। ਅੱਜ ਮੈਂ ਸਾਰੇ ਪੰਜਾਬੀਆਂ ਨੂੰ ਵਾਅਦਾ ਕਰਦਾ ਉਹਨਾਂ ਦੇ ਘਰਾਂ ਦੇ 400 ਯੂਨਿਟ ਹਰ ਮਹੀਨੇ ਸਾਡੀ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਉਹਨਾਂ ਨੂੰ ਮੁਫਤ ਦੇਊਗੀ। 2 ਮਹੀਨੇ ਦਾ ਬਿੱਲ ਦਾ ਮਤਲਬ 800 ਯੂਨਿਟ ਹਰ 2 ਮਹੀਨੇ 'ਚ ਜੋ ਬਿੱਲ ਆਇਆ ਕਰੂਗਾ ਉਹ ਮੁਫਤ ਹੋਣਗੇ। ਆਹ ਸਾਡਾ ਵਾਅਦਾ ਤੁਹਾਡੇ ਨਾਲ। ਕੇਂਦਰ ਸਰਕਾਰ ਦੀਆਂ ਜਿਹੜੀਆਂ ਗਲਤੀਆਂ, ਜਿਹੜੀ ਸਾਜ਼ਿਸ਼ਾਂ, ਜਿਹੜੇ ਸਾਡੇ ਇਤਿਹਾਸ ਨਾਲ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਇਹ ਸਾਡੀ ਮਾਂ ਬੋਲੀ ਨਾਲ ਧੱਕਾ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀਆਂ, ਸਾਡੇ ਪੰਜਾਬੀਆਂ ਦਾ ਜੋ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ, ਉਹਨੂੰ ਘਟਾ ਕੇ ਦਿਖਾਉਣ ਦੀ ਜਿਹੜੀ ਸਾਜ਼ਿਸ਼ ਹੈ ਉਹ ਕਰ ਰਹੀਆਂ। ਉਹਦੀ ਗੱਲ ਪੰਜਾਬੀਆਂ ਦੇ ਸਾਹਮਣੇ ਰੱਖਣ ਲਈ ਅੱਜ ਇਹ ਪੀਸੀ ਬੁਲਾਈ ਹੈ। ਅੱਜ ਤੁਹਾਡੇ ਸਾਰਿਆਂ ਨੇ ਮੁਖਾਤਿਬ ਹੋ ਰਹੇ ਆ। ਬੜਾ ਗੰਭੀਰ ਤੇ ਸੰਵੇਦਨਸ਼ੀਲ ਇਸ਼ੂ ਹੈ ਕਿਉਂਕਿ ਜੱਲਿਆਂਵਾਲਾ ਬਾਗ ਸਾਡੇ ਆਜ਼ਾਦੀ ਦੇ ਪਰਵਾਨਿਆਂ ਦੀ ਉੱਥੇ ਮਣਾ ਮੋਹੀ ਰੱਤ ਡੁੱਲੀ ਹੈ। ਜਦੋਂ ਜੱਲਿਆਂਵਾਲਾ ਬਾਗ ਦਾ ਨਾਂ ਆਉਂਦਾ ਤੇ ਸਾਡੇ ਰੌਂਗਟੇ ਖੜੇ ਹੋ ਜਾਂਦੇ ਆ। ਉਹ ਜਗ੍ਹਾ ਮਤਲਬ ਪੰਜਾਬੀਆਂ ਦੀ ਨਹੀਂ ਬਲਕਿ ਦੇਸ਼ ਦੁਨੀਆ 'ਚ ਬੈਠੇ ਹਰੇਕ ਭਾਰਤੀ ਨਾਗਰਿਕ ਦੀਆਂ ਭਾਵਨਾਵਾਂ ਨਾਲ ਓਤ-ਪੋਤ ਸਰਜ਼ਮੀ ਹੈ ਜੱਲਿਆਂਵਾਲਾ ਬਾਗ। ਮੇਰਾ ਖਿਆਲ ਹੈ ਜਿੰਨੇ ਸਾਥੀਓ ਤੁਸੀਂ ਬੈਠੇ ਸੁਣਦੇ ਹੋਵੋਗੇ, ਜਦੋਂ ਜੱਲਿਆਂਵਾਲਾ ਬਾਗ ਕਹਿੰਦਾ ਤਾਂ ਇੱਕ ਤਰ੍ਹਾਂ ਦੀ ਝੁੰਝਣਾਹਟ, ਇੱਕ ਤਰ੍ਹਾਂ ਦਾ ਗੌਰਵ ਸਾਡੇ ਹਰੇਕ ਦੇ ਮਨ ਦੇ ਵਿੱਚ ਆਉਂਦਾ। ਉੱਥੋਂ ਦੀ ਮਿੱਟੀ ਅਣਖ ਤੇ ਆਜ਼ਾਦੀ ਦੀ ਤਾਂਘ ਦੀ ਪ੍ਰਤੀਕ ਹੈ ਜੱਲਿਆਂਵਾਲਾ ਬਾਗ ਦੀ। ਇਸੇ ਕਰਕੇ ਦੇਸ਼ 'ਚ ਸੌੜੀ ਸਿਆਸਤ ਕਰ ਰਹੇ ਲੋਕ ਜਾਂ ਵਿਭਾਜਨਕਾਰੀ ਇੱਕ ਫਰੰਗੀ ਸੋਚ ਰੱਖਣ ਵਾਲੇ ਲੋਕ, ਕੁਝ ਮੁੱਠੀ ਭਰ ਲੋਕ ਨੇ, ਉਹਨਾਂ ਦੀਆਂ
ਅੱਖਾਂ ਦੇ ਵਿੱਚ ਜੱਲਿਆਂਵਾਲਾ ਬਾਗ ਦੀ ਮਿੱਟੀ, ਜੱਲਿਆਂਵਾਲਾ ਬਾਗ ਦੀ ਧਰੋਹਰ ਹਮੇਸ਼ਾ ਰੜਕਦੀ ਰਹੀ ਹੈ। ਇਹ ਮਿੱਟੀ ਆਜ਼ਾਦੀ ਪਰਵਾਨਿਆਂ ਦੀ ਯਾਦ ਦਿਵਾਉਂਦੀ ਹੈ, ਉੱਥੇ ਉਹਨਾਂ ਗੱਦਾਰਾਂ ਦੀ ਵੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਉਹ ਘਿਨੌਣੇ ਕਾਰਵਾਈਆਂ, ਘਿਨੌਣੇ ਜਿਹੜੇ ਕਾਰੇ ਕਰਨ ਵਾਲੇ ਜਨਰਲ ਡਾਇਰ ਵਰਗੇ ਲੋਕਾਂ ਦਾ ਪੁਸ਼ਤਪਨਾਹੀ ਕੀਤੀ, ਉਹਨਾਂ ਦੀ ਝੋਲੀ ਚੱਕੀ, ਉਹਨਾਂ ਦੀ ਵੀ ਯਾਦ ਦਿਲਾਉਂਦੀ ਹੈ ਇਹ ਮਿੱਟੀ। ਸੋ ਉਹਦੇ ਖਿਲਾਫ, ਜੱਲਿਆਂਵਾਲੇ ਬਾਗ ਦੇ ਖਿਲਾਫ ਹਮੇਸ਼ਾ ਹੀ ਸਾਜ਼ਿਸ਼ਾਂ ਹੁੰਦੀਆਂ ਆਈਆਂ, ਉਹ ਹੁੰਦੀਆਂ ਰਹਿਣਗੀਆਂ। ਹੁਣ ਇਹ ਜਿਹੜਾ ਮੁੱਦਾ ਅੱਜ ਜਿਹਦੇ ਕਰਕੇ ਤੁਹਾਨੂੰ ਮੈਂ ਮੁਖਾਤਬ ਹੋ ਰਿਹਾ, ਇਹ ਮੁੱਦਾ ਕੋਈ ਸੁਹਿਰਦ ਅੰਮ੍ਰਿਤਸਰੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਚੱਕਿਆ ਗਿਆ, ਜਿਸ ਵਿੱਚ ਜੱਲਿਆਂਵਾਲੇ ਬਾਗ ਦੀ ਇਤਿਹਾਸਿਕ ਦਿੱਖ ਜਾਂ ਤਾਂ ਉਹ ਇਹ ਕਹਿੰਦੇ ਨੇ, ਉਹ ਕਲੇਮ ਕਰਦੇ ਨੇ ਅੰਮ੍ਰਿਤਸਰੀਏ, ਸਾਡੇ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ, ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਇਤਿਹਾਸ ਤੋਂ ਜਾਣਕਾਰ ਨੇ, ਜਿਨ੍ਹਾਂ ਨੂੰ ਸਾਡੇ ਦੇਸ਼ ਨਾਲ ਪਿਆਰ ਹੈ, ਜਿਨ੍ਹਾਂ ਨੂੰ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਕੁਰਬਾਨੀਆਂ ਤੇ ਮਾਣ ਹੈ, ਉਹ ਇਹ ਕਲੇਮ ਕਰਦੇ ਆ ਕਿ ਉੱਥੋਂ ਦੀ ਦਿੱਖ ਨੂੰ ਬਿਲਕੁਲ ਮਿਟਾ ਦਿੱਤਾ ਗਿਆ, ਉਹਨੂੰ ਦਿੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਇਤਿਹਾਸਿਕ ਜਿਹੜੀ ਮਹਾਨਤਾ ਵਾਲੀ ਦਿੱਖ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਵਾਕਈ ਸਹੀ ਹੈ ਤਾਂ ਇੱਕ ਬਹੁਤ ਵੱਡੀ ਅਣਗਹਿਲੀ ਹੈ ਤੇ ਇੱਕ ਸਾਜ਼ਿਸ਼ ਵੀ ਹੈ, ਔਰ ਆਮ ਆਦਮੀ ਪਾਰਟੀ ਦਾ ਇਹ ਮੰਨਣਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਏਜੰਡਾ ਹੈ ਕਿ ਭਾਰਤ ਦਾ ਜਿਹੜਾ ਸੁਨਹਿਰੀ ਇਤਿਹਾਸ ਹੈ ਇਹਨੂੰ ਬਦਲ ਦਿੱਤਾ ਜਾਵੇ। ਸਾਡੀਆਂ ਜਿਹੜੀਆਂ ਇਤਿਹਾਸਿਕ ਧਰੋਹਰਾਂ ਹੈ ਉਹਨਾਂ ਨੂੰ ਵੀ ਬਦਲਣ ਦਾ, ਉਹਨਾਂ ਨੂੰ ਸਾਡੇ ਇਤਿਹਾਸ ਨੂੰ ਚਲਾਉਣ ਦੀ ਚਰਚਾ ਛੱਡੀ ਹੋਈ ਹੈ। ਸਾਡੀਆਂ ਵੱਡੀਆਂ ਜਿਹੜੀਆਂ ਇਤਿਹਾਸਿਕ ਧਰੋਹਰਾਂ ਉਹਨਾਂ ਨੂੰ ਬਦਲਣ ਦੀ ਮੁਹਿੰਮ ਛੇੜੀ ਹੋਈ ਹੈ। ਇਸ ਲਈ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਪੰਜਾਬ ਦੇ ਵਿਧਾਇਕਾਂ ਦੀ, ਪੰਜਾਬ ਦੀ ਵਿਧਾਨ ਸਭਾ ਵੱਲੋਂ ਇੱਕ ਸਪੈਸ਼ਲ ਕਮੇਟੀ ਬਣਾਈ ਜਾਵੇ, ਜਿਹੜੀ ਕਿ ਜੱਲਿਆਂਵਾਲਾ ਬਾਗ ਦੇ ਵਿੱਚ ਕੀ ਹੋਇਆ, ਉੱਥੇ ਪਹਿਲਾਂ ਕੀ ਸੀ, ਜਿਹਦੇ ਵਿੱਚ ਉਹ ਇਤਿਹਾਸਕਾਰਾਂ ਦੇ ਕਮੈਂਟ ਵੀ ਲਵੇ ਕਮੇਟੀ, ਜਿਹਦੇ 'ਚ ਉਹ ਸਾਰੇ ਦਸਤਾਵੇਜ਼ਾਂ ਨੂੰ ਵੀ ਖੰਗਾਲੇ, ਜਿਹਦੇ 'ਚ ਕੀ ਉੱਥੇ ਹੋਇਆ, ਕੀ ਚੇਂਜਸ ਕੀਤੀਆਂ ਗਈਆਂ, ਉਹਨਾਂ ਦਾ ਇੱਕ ਰਿਕਾਰਡ ਮੇਨਟੇਨ ਕਰੇ। ਔਰ ਇੱਕ ਵੈਸੇ ਕੰਮ ਤਾਂ 1-2 ਦਿਨ ਦਾ ਹੈ, ਲੇਕਿਨ 1 ਮਹੀਨੇ ਦਾ ਸਮਾਂ ਲਾਵੇ ਉਹ ਕਮੇਟੀ, ਔਰ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਰਿਪੋਰਟ ਰੱਖੇ ਕਿ ਉੱਥੇ ਕੀ ਕੁਝ ਹੋਇਆ, ਕਿਉਂਕਿ ਇਹ ਸਾਡੇ ਦਿਲਾਂ ਨਾਲ ਜੁੜੀ ਹੋਈ ਗੱਲ ਹੈ। ਜੱਲਿਆਂਵਾਲੇ ਬਾਗ ਦੀ ਇਤਿਹਾਸਿਕ ਦਿੱਖ ਅਸੀਂ ਰੱਖਣੀ ਚਾਹੁੰਦੇ ਹਾਂ, ਔਰ ਇਹ ਮੈਂ ਫਿਰ ਰਿਪੀਟ ਕਰਦਾ, ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਪੰਜਾਬ ਦੇ ਵਿਧਾਨ ਸਭਾ ਵੱਲੋਂ ਪੰਜਾਬ ਦੇ ਵਿਧਾਇਕਾਂ ਦੀ, ਜਿਹਦੇ 'ਚ ਸਾਰੀਆਂ ਪਾਰਟੀਆਂ ਦੇ ਵਿਧਾਇਕ ਹੋਣ, ਉਹਨਾਂ ਦੀ ਇੱਕ ਕਮੇਟੀ ਬਣੇ, ਔਰ ਉਹ 1 ਮਹੀਨੇ ਦੇ ਅੰਦਰ ਉੱਥੋਂ ਇਤਿਹਾਸਕਾਰਾਂ ਤੋਂ ਕਮੈਂਟ ਲਵੇ, ਵੱਖ-ਵੱਖ ਜਿਹੜੇ ਸਾਡੇ ਇਤਿਹਾਸਿਕ ਡਾਕੂਮੈਂਟਸ ਹੈ ਉਹਨਾਂ ਨੂੰ ਲਵੇ, ਔਰ ਜਿਹੜੇ ਪ੍ਰੀਜ਼ਰਵੇਟਰ ਹੈ, ਜਿਹੜੇ ਲੋਕ ਪ੍ਰੀਜ਼ਰਵ ਕਰਦੇ ਸਾਡੀਆਂ ਇਤਿਹਾਸਿਕ ਧਰੋਹਰਾਂ ਨੂੰ, ਉਹਨਾਂ ਦੇ ਕਮੈਂਟ ਲੈ ਕੇ ਇੱਕ ਵਿਸਤਾਰਿਤ ਰਿਪੋਰਟ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੱਖੇ। ਬਾਕੀ ਪਹਿਲੀ ਨਜ਼ਰੇ ਜਿਹੜੀਆਂ ਤਸਵੀਰਾਂ ਤੇ ਤਬਸਰੇ ਸਾਹਮਣੇ ਆਏ ਆ, ਉੱਥੋਂ ਲੱਗਦਾ ਵੀ ਸਾਡੇ ਇਤਿਹਾਸ ਨੂੰ ਬਦਲਣ ਦੀ ਬਹੁਤ ਵੱਡੀ ਕੋਸ਼ਿਸ਼ ਹੋਈ ਹੈ। ਬਾਕੀ ਰਾਹੁਲ ਗਾਂਧੀ ਜੀ, ਉਹਨਾਂ ਦੇ ਟਵੀਟ ਨਾਲ ਮੈਂ ਬਿਲਕੁਲ ਸਹਿਮਤ ਹਾਂ, ਬਹੁਤ ਸਹਿਮਤ ਹਾਂ। ਸਾਡੇ ਇਤਿਹਾਸਿਕ ਸਥਾਨਾਂ ਤੇ ਇਤਿਹਾਸ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਇਹਦੇ 'ਚ ਕੋਈ ਰਾਜਨੀਤੀ ਨਹੀਂ ਹੈ, ਇਹਦੇ 'ਚ ਦੇਸ਼ ਭਗਤੀ ਹੈ। ਅਸੀਂ ਆਮ ਆਦਮੀ ਪਾਰਟੀ, ਸਾਡੇ ਦੇਸ਼ ਨੂੰ ਅਸੀਂ ਪਿਆਰ ਕਰਦੇ ਹਾਂ, ਔਰ ਸਾਡੇ ਜਿਹੜੇ ਆਜ਼ਾਦੀ ਦੇ ਪਰਵਾਨੇ ਆ ਉਹਨਾਂ ਨੇ ਆਪਦੇ ਖੂਨ ਡੋਲਿਆ, ਉੱਥੇ ਮਣਾ ਮੂੰਹੀ ਖੂਨ ਡੋਲਿਆ। ਔਰ ਸਾਡੀਆਂ ਜਿਹੜੀਆਂ ਇਤਿਹਾਸਿਕ ਜਿਹੜੀਆਂ ਇਸ ਤਰ੍ਹਾਂ ਦੀਆਂ ਜਗ੍ਹਾ ਆ, ਉੱਥੋਂ ਜਿਵੇਂ ਅੰਡੇਮਾਨ ਨਿਕੋਬਾਰ ਆ, ਉਸੇ ਤਰੀਕੇ ਦੇ ਨਾਲ ਜੱਲਿਆਂਵਾਲਾ ਬਾਗ ਆ, ਉਸ ਮਿੱਟੀ ਤੋਂ ਸਾਨੂੰ ਸਾਡੇ ਸ਼ਹੀਦਾਂ ਦੀ ਖੁਸ਼ਬੂ ਆਉਂਦੀ, ਉਹਨਾਂ ਦੀ ਭਾਵਨਾਵਾਂ ਦੀ, ਉਹਨਾਂ ਦੀ ਕੁਰਬਾਨੀਆਂ ਦੀ, ਉਹਨਾਂ ਨੇ ਆਪਦੇ ਸਾਰੇ ਪਰਿਵਾਰ ਦੇਸ਼ ਦੀ ਆਜ਼ਾਦੀ ਖਾਤਰ ਲਾਤੇ, ਉਹਦੀ ਖੁਸ਼ਬੂ ਆਉਂਦੀ ਹੈ। ਪਰ ਲੇਕਿਨ ਇੱਥੇ ਹੈਰਾਨੀ ਵਾਲੀ ਗੱਲ ਹੈ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜਾ ਕੈਜੂਅਲੀ ਜੀ ਕਹਿਤਾ ਵੀ ਮੈਨੂੰ ਤਾਂ ਪਤਾ ਨਹੀਂ। ਫਿਰ ਪਤਾ ਕਿਹਨੂੰ ਹੋਊਗਾ? ਐਡੀ ਵੱਡੀ ਸਾਡੀ ਧਰੋਹਰ ਦੇ ਨਾਲ ਛੇੜਛਾੜ ਹੋਈ ਹੈ, ਤੁਹਾਨੂੰ ਉਹਦਾ ਕੁਝ ਪਤਾ ਹੀ ਨਹੀਂ ਹੈ। ਔਰ ਛੇੜਛਾੜ ਕਿਹਨੇ ਕੀਤੀ ਹੈ? ਕੇਂਦਰ ਸਰਕਾਰ ਨੇ। ਉਹ ਜਿਹੜੇ ਕਾਰਪੋਰੇਟ ਸਾਡੇ ਖੇਤੀਬਾੜੀ ਤੇ ਸਾਡੇ ਦੇਸ਼ ਤੇ ਕਬਜ਼ਾ ਕਰਨਾ ਚਾਹੁੰਦੇ ਆ, ਉਸੇ ਤਰ੍ਹਾਂ ਦੀ ਇੱਕ ਕਾਰਪੋਰੇਟ ਕੰਪਨੀ ਵਾਮਾ ਕਮਿਊਨੀਕੇਸ਼ਨ, ਜਿਹੜੀ ਕਿ ਗੁਜਰਾਤੀ ਕੰਪਨੀ ਫੇਰ। ਔਰ ਉਹਦੇ ਸਭ ਤੋਂ ਵੱਡੀ ਜਿਹੜੀ ਗਲਤੀ ਕੀ ਹੈ, ਅਸੀਂ ਹਿੰਦੀ ਦਾ ਸਨਮਾਨ ਕਰਦੇ ਹਾਂ, ਭਾਸ਼ਾ ਕੋਈ ਵੀ ਮਾੜੀ ਨਹੀਂ ਹੈ, ਸਾਰੀਆਂ ਭਾਸ਼ਾਵਾਂ ਸਾਡੇ ਲਈ ਸਨਮਾਨਜਨਕ ਨੇ, ਲੇਕਿਨ ਪੰਜਾਬ ਦੇ ਵਿੱਚ ਅਗਰ ਪੰਜਾਬੀ ਦੇ ਨਾਲ ਵਿਤਕਰਾ ਹੋਏਗਾ ਤਾਂ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਉੱਥੇ ਜੱਲਿਆਂਵਾਲਾ ਬਾਗ ਦੇ ਵਿੱਚ ਪੰਜਾਬੀ ਨੂੰ ਦੂਜੇ ਨੰਬਰ ਤੇ ਲਿਖਿਆ ਗਿਆ।
ਸਭ ਤੋਂ ਪਹਿਲੇ ਨੰਬਰ ਤੇ ਹਿੰਦੀ ਦੇ ਵਿੱਚ ਲਿਖਿਆ ਗਿਆ, ਜਿਹਦੇ ਤੇ ਸਾਨੂੰ ਆਮ ਆਦਮੀ ਪਾਰਟੀ ਨੂੰ ਪੂਰਾ ਸਾਨੂੰ ਇਤਰਾਜ਼ ਹੈ। ਔਰ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਉੱਥੇ ਤਾਂ ਕੁਝ ਹੋਇਆ ਹੀ ਨਹੀਂ, ਜੇ ਹੋਇਆ ਤਾਂ ਮੈਨੂੰ ਪਤਾ ਨਹੀਂ। ਇਹਦੇ 'ਚ ਸ਼ਾਇਦ ਉਹ ਮੋਦੀ ਸਾਹਿਬ ਦੇ ਪ੍ਰੈਸ਼ਰ ਥੱਲੇ, ਜਿਹੜੀ ਅੰਡਰਸਟੈਂਡਿੰਗ ਮੋਦੀ ਸਾਹਿਬ ਦੀ, ਜਿਹੜੀ ਚਾਬੀ ਮੋਦੀ ਸਾਹਿਬ ਕੋਲੇ ਬਾਦਲ ਸਾਹਿਬ ਦੀ ਹੈ, ਬਾਦਲ ਦੀ ਪਾਰਟੀ ਦੀ ਹੈ, ਮੈਨੂੰ ਲੱਗਦਾ ਉਹੀ ਚਾਬੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਹ ਘੁਮਾ ਦਿੰਦੇ ਨੇ। ਸਿਰਫ ਮੋਦੀ ਸਾਹਿਬ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਆਪਣੇ ਯੁਵਰਾਜ ਨੂੰ ਵੀ ਨੀਚਾ ਦਿਖਾਤਾ, ਰਾਹੁਲ ਗਾਂਧੀ ਨੂੰ ਵੀ ਨੀਚਾ ਦਿਖਾਤਾ, ਇਹ ਕਹਿ ਕੇ ਇਹ ਬੜੀ ਵੱਡੀ ਇਹ ਸੋਚਣ ਦੀ ਗੱਲ ਹੈ। ਔਰ ਕੈਪਟਨ ਸਾਹਿਬ ਦੇਖਣ ਕਹਿ ਰਹੇ ਵੀ ਦੇਖਣ ਨੂੰ ਬੜਾ ਚੰਗਾ ਲੱਗ ਰਿਹਾ ਵੀ ਤੁਸੀਂ ਆਪਦੇ ਫਾਰਮ ਹਾਊਸ 'ਚ ਬਹਿ ਕੇ ਪੰਜਾਬ ਕਿਵੇਂ ਦੇਖ ਲਿਆ। ਤੁਹਾਨੂੰ ਫਾਰਮ ਹਾਊਸ 'ਚ ਬਹਿ ਕੇ ਮਾਫੀਆ ਦੀ ਪੁਸ਼ਤਪਨਾਈ ਕਰਨ ਵਾਸਤੇ ਨਹੀਂ ਦੇਖਿਆ ਸੀ। ਸਾਡੀਆਂ ਰਾਜਨੀਤਿਕ ਧਰੋਹਰਾਂ ਜਿਹੜੀਆਂ ਉਹਨਾਂ ਦੀ ਤਬਾਹੀ, ਸਾਡੇ ਪੰਜਾਬ ਦੀ ਸਾਡਾ ਸਾਰਾ ਕੁਝ ਲੱਗਿਆ। ਸਾਡੇ ਪੁਰਖਿਆਂ ਨੇ ਜਲਾਵਤਨੀਆਂ ਕੱਟੀਆਂ, ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਕੁਰ ਕੀਤੀਆਂ ਗਈਆਂ, ਸਾਨੂੰ ਫਾਂਸੀਆਂ ਤੇ ਦਿੱਤਾ ਗਿਆ, ਸਾਡੇ ਬੱਚਿਆਂ ਨੂੰ, ਧੀਆਂ ਭੈਣਾਂ ਨੂੰ ਉੱਥੇ ਗੋਲੀਆਂ ਨਾਲ ਵਿੰਨ ਦਿੱਤਾ ਗਿਆ। ਤੁਸੀਂ ਉਸ ਧਰੋਹਰ ਦੀ ਤੁਸੀਂ ਦੇਖੀ ਬਦਲਤੀ ਹੈ। ਸੋ ਇਹ ਪੰਜਾਬ ਦੀ ਵਿਧਾਨ ਸਭਾ ਦੀ ਇੱਕ ਕਮੇਟੀ ਬਣੇ ਔਰ ਗੱਲ ਇੱਕ ਸਿੱਧੀ ਹੈ ਵੀ ਜਿਹੜੀ ਮੋਦੀ ਸਰਕਾਰ ਹੈ ਉਹ ਪੰਜਾਬ ਦੀ ਨਹੀਂ, ਉਹ ਪੰਜਾਬ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ, ਸ਼ੁਰੂ ਤੋਂ ਕਰ ਰਹੀ ਹੈ। ਜਿਵੇਂ 3 ਕਾਲੇ ਕਾਨੂੰਨ ਲੈ ਕੇ ਉਹ ਧੱਕੇਸ਼ਾਹੀ ਹੈ, ਲੇਕਿਨ ਸਾਡੀ ਜਿਹੜੀ ਪੰਜਾਬ ਦੀ ਕੰਟਰੀਬਿਊਸ਼ਨ ਸੀ, ਪੰਜਾਬੀਆਂ ਦੀ ਕੰਟਰੀਬਿਊਸ਼ਨ ਸੀ, ਸਿੱਖਾਂ ਦੀ ਕੰਟਰੀਬਿਊਸ਼ਨ ਸੀ, ਮੈਂ ਉਸ ਤੋਂ ਅੱਗੇ ਜਾ ਕੇ ਕਹਾਂ ਸਾਰਿਆਂ ਦੀ ਕੰਟਰੀਬਿਊਸ਼ਨ ਸੀ, ਜਿਹੜੇ ਵੀ ਪੰਜਾਬੀ ਨੇ ਇਸ ਧਰਤੀ 'ਚ ਪੈਦਾ ਹੋਏ ਨੇ, ਉਹਨੂੰ ਘਟਾ ਕੇ ਦਿਖਾਉਣ ਦੀ ਇੱਕ ਬੜੀ ਵੱਡੀ ਸਾਜ਼ਿਸ਼ ਰਚ ਰਹੀ ਹੈ, ਜਿਹਦੇ ਵਿੱਚ ਬਾਦਲ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਔਰ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਮੂਹਰੇ ਹੋ ਕੇ ਸਾਰਿਆਂ ਤੋਂ ਵੱਧ ਮੋਦੀ ਸਾਹਿਬ ਦੇ ਕੀਤੇ ਹੋਏ ਕਾਲੇ ਕਾਰਨਾਮੇ। ਕਿਉਂਕਿ ਵਾਮਾ ਕਮਿਊਨੀਕੇਸ਼ਨ ਜਿਹੜੀ ਕੰਪਨੀ ਨੇ 20 ਕਰੋੜ ਰੁਪਇਆ ਉੱਥੇ ਲਾਇਆ, ਪਹਿਲੀ ਗੱਲ ਤਾਂ ਇਹ ਵੀ ਜਾਂਚ ਹੋਣੀ ਚਾਹੀਦੀ 20 ਕਰੋੜ ਉੱਥੇ ਲੱਗਿਆ ਕਿ ਨਹੀਂ ਲੱਗਿਆ। ਇਹ ਉਹੀ ਕੰਪਨੀ ਹੈ ਜਿਹੜੀ ਨੀਰਵ ਮੋਦੀ ਦੀ ਸ਼ਾਬਾਸ਼ੇ ਕਰਦੀ ਸੀ, ਜਿਹੜੀ ਨੀਰਵ ਮੋਦੀ ਦੇ ਗੁਣ ਗਾਉਂਦੀ ਸੀ। ਸੋ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਮੋਦੀ ਸਾਹਿਬ ਇੱਥੇ ਲਿਆਉਂਦੇ ਔਰ ਕੈਪਟਨ ਸਾਹਿਬ ਨੂੰ ਪਤਾ ਤੱਕ ਨਹੀਂ ਹੈ। ਫਿਰ ਤੁਸੀਂ ਕਾਹਦੇ ਮੁੱਖ ਮੰਤਰੀ ਹੋ ਜੇ ਸਾਡੀ ਇਤਿਹਾਸਿਕ ਧਰੋਹਰਾਂ ਨਾਲ ਏਡੀ ਵੱਡੀ ਛੇੜਛਾੜ ਹੋ ਰਹੀ ਹੈ। ਸਾਡੇ ਜਿਹੜੇ ਪਾਏ ਯੋਗਦਾਨ, ਸਾਡੇ ਪੁਰਖਿਆਂ ਦੇ ਆਜ਼ਾਦੀ ਦੇ ਵਿੱਚ, ਦੇਸ਼ ਦੀ ਆਜ਼ਾਦੀ ਦੇ ਵਿੱਚ, ਅੰਗਰੇਜ਼ਾਂ ਨੂੰ ਭਜਾਉਣ ਦੇ ਵਿੱਚ ਜਿਹੜੇ ਪਾਏ ਯੋਗਦਾਨ ਨੂੰ ਤੁਸੀਂ ਛਿਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਆਮ ਆਦਮੀ ਪਾਰਟੀ ਉਹਦਾ ਵਿਰੋਧ ਕਰਦੀ ਆ। ਔਰ ਨੰਬਰ 2, ਜੇ ਸਾਡੀ ਮਾਤ ਭਾਸ਼ਾ ਨੂੰ, ਪੰਜਾਬੀ ਨੂੰ ਤੁਸੀਂ ਯੋਗ ਸਥਾਨ ਨਹੀਂ ਦਿਓਗੇ ਤੇ ਫਿਰ ਪੰਜਾਬੀ ਤੁਹਾਨੂੰ, ਜਿਹੜੇ ਪੰਜਾਬ ਦੇ ਲੋਕ ਵਸਦੇ ਆ, ਉਹ ਤੁਹਾਨੂੰ ਵੀ ਚਲਦਾ ਕਰ ਦੇਣਗੇ ਕੈਪਟਨ ਅਮਰਿੰਦਰ ਸਿੰਘ ਜੀ। ਸੋ ਸਾਡੀ ਇਹ ਮੰਗ ਹੈ ਕਿ ਜੱਲਿਆਂਵਾਲੇ ਬਾਗ ਦੇ ਵਿੱਚ ਵੀ ਪੰਜਾਬੀ ਨੂੰ ਯੋਗ ਸਥਾਨ ਦਿੱਤਾ ਜਾਵੇ। ਬਾਕੀ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਹੈ, ਲੇਕਿਨ ਸਭ ਤੋਂ ਉੱਪਰ ਸਾਡੀ ਮਾਤ ਭਾਸ਼ਾ ਹੈ। ਪੰਜਾਬ ਦਾ ਕਿਸਾਨ ਦੇਸ਼ ਨੂੰ ਅੰਨ ਪੈਦਾ ਕਰਕੇ ਦਿੰਦਾ ਹੈ, ਪਰ ਅੱਜ ਪੰਜਾਬ ਦੇ ਕਿਸਾਨ ਤੇ ਬਹੁਤ ਵੱਡਾ ਆਰਥਿਕ ਬੋਝ ਪੈ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਤਕਰੀਬਨ 100 ਰੁਪਏ ਤੇ ਪਹੁੰਚ ਗਈਆਂ। ਮੈਂ ਵਾਅਦਾ ਕਰਦਾ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣ ਤੇ ਹਰ ਕਿਸਾਨ ਨੂੰ 10 ਰੁਪਏ ਲੀਟਰ ਡੀਜ਼ਲ ਸਸਤਾ ਦੇਵਾਂਗੇ। ਤਕਰੀਬਨ 2200 ਰੁਪਏ ਇੱਕ ਡਰਮ ਅਗਰ ਉਹਦਾ ਫਾਇਦਾ ਹੋਊਗਾ, ਜਿਸ ਨਾਲ ਉਹਦਾ ਬੋਝ ਘਟ ਸਕੇ। ਜਿੱਥੇ ਹੌਲੀ-ਹੌਲੀ ਕਰੋਨਾ ਦਾ ਖਾਤਮਾ ਹੁੰਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਤੀਜੀ ਲਹਿਰ ਦਾ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਡਰ ਸਤਾ ਰਿਹਾ ਹੈ। ਇਸੇ ਦੇ ਸੰਬੰਧ 'ਚ ਚੰਡੀਗੜ੍ਹ ਪੀਜੀਆਈ ਦੇ ਡਾਕਟਰ VK ਨਾਗਪਾਲ ਨੇ ਆਪਣੇ ਵਿਚਾਰ ਰੱਖੇ। ਦਰਅਸਲ ਕਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਲਈ ਕਰੋਨਾ ਵੈਕਸੀਨ ਲਗਵਾਉਣਾ ਬਹੁਤ ਜ਼ਰੂਰੀ ਹੈ। ਪਰ ਚੰਡੀਗੜ੍ਹ ਵਿੱਚ ਹਾਲੇ ਤੱਕ ਕਿੰਨੇ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਕਿੰਨੇ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲੱਗ ਚੁੱਕੀ ਹੈ, ਇਸ ਨੂੰ ਲੈ ਕੇ ਅਸੀਂ ਖਾਸ ਗੱਲਬਾਤ ਕੀਤੀ ਸੈਕਟਰ 16 ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ VK ਨਾਗਪਾਲ ਨਾਲ। ਉੱਥੇ ਉਹਨਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿੱਚ ਕੁੱਲ 11 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਜਿਸ ਚੋਂ 8,06,000 ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ, ਜਦਕਿ 3.5 ਲੱਖ लोगों को वैक्सीन दी दूजी डोज लगना हले बाकी है। डेट में करीब 11 लाख लोगों को टीकाकरण हो चुका है यहाँ पर, जिसमें जो फर्स्ट डोज है वो करीब 8,06,000 लोगों को पहली डोज लग चुकी है और करीब 3.5 लाख लोगों को दूसरी डोज लगा दी जा चुकी है। कब तक ये वैक्सीन का प्रोग्राम चलेगा? देखिए, जब तक लोगों का 100% यहाँ पर वैक्सीनेशन का कार्यक्रम पूरा नहीं हो जाता, तब तक लोगों को टीकाकरण का कार्यक्रम यहाँ पर चलता रहेगा। और आपके माध्यम से मैं बताना चाहूँगा कि जो फर्स्ट डोज जो है हमारी यहाँ पर चंडीगढ़ के अंदर
ऑलमोस्ट सभी लोगों को, मुख्यतः सभी लोगों को पहली डोज ऐसे टीकाकरण का कार्यक्रम पूरा हो चुका है। सेकंड डोज में है, उसका जैसे जैसे समय आता जा रहा है लोग अपना टीका लगवा रहे हैं यहाँ पर, और लोगों में टीकाकरण के प्रति बहुत ही उत्साह है। और लोग यहाँ पर लंबी लंबी देखिए, यहाँ भी देख सकते हैं, यहाँ पर लाइनें लगी हुई हैं, लोग टीका लगवाना चाह रहे हैं। चूँकि प्रशासनिक रूप से यहाँ पर मेडिकल के हिसाब से हमारी तैयारियाँ पूरी हैं थर्ड वेव से निपटने के लिए, लेकिन जब तक हमें जनता का यहाँ पर पूरा सहयोग नहीं मिलेगा, हम यहाँ पर थर्ड वेव से लड़ने में बिल्कुल भी सक्षम नहीं हो पाएंगे। तो आपके माध्यम से ये बात मैं कहना चाहूँगा कि अभी कोविड का जो है कीड़ा जो है, अभी तक कोविड ख़त्म नहीं हुआ है, कोविड दबा अवश्य है और कभी भी ये अपना विकराल रूप धारण कर सकता है। ये इसके लिए लोग जब तक सावधानी का प्रयोग नहीं करेंगे, इसका कोविड का खतरा इसका बरकरार रहेगा। और फेस्टिवल सीजन में ख़ास तौर पर वैसे भी सोशल डिस्टेंसिंग की पालना करना और मास्क का इस्तेमाल करना अत्यंत अनिवार्य है थर्ड वेव से बचने के लिए। ਉਤੇ ਜ਼ਿਆਦਾ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿੱਚ ਸਾਰੇ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ ਕੋਰੋਨਾ ਨੂੰ ਲੈ ਕੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਕਾਫੀ ਗਿਣਤੀ ਵਿੱਚ ਲੋਕ ਹੁਣ ਵੈਕਸੀਨ ਲਗਵਾਉਣ ਲਈ ਪਹੁੰਚ ਰਹੇ ਹਨ। ਪਰ ਫਿਰ ਵੀ ਫੈਸਟੀਵਲ ਸੀਜ਼ਨ ਹੈ ਅਤੇ ਲੋਕਾਂ ਤੋਂ ਅਪੀਲ ਕਰਦੇ ਹਾਂ ਕਿ ਕੋਵਿਡ ਹਾਲੇ ਪੂਰੀ ਤਰ੍ਹਾਂ ਤੋਂ ਖਤਮ ਨਹੀਂ ਹੋਇਆ ਹੈ। ਇਸ ਲਈ ਉਹ ਲੋਕਾਂ ਤੋਂ ਅਪੀਲ ਕਰਦੇ ਹਨ ਕਿ ਸਿਹਤਮੰਦ ਰਹਿਣ ਲਈ ਸਾਰੇ ਸਾਵਧਾਨੀ ਵਰਤਣ ਅਤੇ ਲੋਕ ਕੋਵਿਡ ਪ੍ਰੋਟੋਕਾਲ ਦਾ ਪਾਲਣ ਜ਼ਰੂਰ ਕਰਨ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। NHM ਵਰਕਰਾਂ ਦੇ ਰੋਸ ਮੁਜ਼ਾਹਰੇ ਨੂੰ ਅੱਜ 10ਵਾਂ ਦਿਨ ਹੋ ਗਿਆ ਹੈ, ਜਿਸ ਵਿੱਚ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ NHM ਵਰਕਰਾਂ ਦੇ ਨਾਲ ਇੱਕ ਬੈਠਕ ਕੀਤੀ, ਜਿਸ ਵਿੱਚ ਐਡਵਾਈਜ਼ਰ ਧਰਮਪਾਲ, ਹੈਲਥ ਡਾਇਰੈਕਟਰ ਤੇ ਹੈਲਥ ਸਕੱਤਰ ਵੀ ਮੌਜੂਦ ਰਹੇ। ਇਹਨਾਂ ਸਾਰਿਆਂ ਵੱਲੋਂ NHM ਵਰਕਰਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਤੇ ਉਹ ਹੁਣ ਰੋਸ ਮੁਜ਼ਾਹਰਾ ਖਤਮ ਕਰਕੇ ਕੰਮ ਤੇ ਵਾਪਸ ਪਰਤਣ, ਜਿਸ ਤੇ NHM ਵਰਕਰਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੋਈ ਲਿਖਤੀ ਰੂਪ ਵਿੱਚ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਉਹ ਆਪਣੇ ਰੋਸ ਮੁਜ਼ਾਹਰੇ ਨੂੰ ਐਵੇਂ ਹੀ ਜਾਰੀ ਰੱਖਣਗੇ, ਕਿਉਂਕਿ ਉਹਨਾਂ ਨੂੰ 2 ਮਹੀਨੇ ਪਹਿਲਾਂ ਵੀ ਜ਼ੁਬਾਨੀ ਭਰੋਸਾ ਦਿੱਤਾ ਗਿਆ ਸੀ, ਲੇਕਿन ਉਹਨਾਂ ਦੀਆਂ ਮੰਗਾਂ नहीं ਮੰਨੀਆਂ ਗਈਆਂ। सर, पहले तो मैं धन्यवाद करना चाहूँगा एडवाइज़र सर का कि इन्होंने हमें जो है मीटिंग का एक टाइम दिया है। पिछले लास्ट 10 दिनों से हम यहाँ पे बैठे हुए थे, तो आप देख ही रहे थे कि हमारा जो काम कितना सफ़र हो रहा है स्वास्थ्य विभाग का, फिर भी मजबूरी बस हम यहाँ पे बैठे हुए हैं। तो एडवाइज़र साहब ने हमें जो है एश्योरेंस दी है कि आपका काम हो जाएगा, लेकिन जो अभी फाइनेंस की जो फाइल चलती है उसमें थोड़ा वक्त लगता है, तो उसके हिसाब से सर ने हमें मतलब कि एश्योरेंस करके भेज दिया था। बट हमने फैसला लिया, यहाँ पे यूनियन बॉडी ने सब मिलकर एक फ़ैसला लिया है, क्योंकि ये पिछले जो 2013 से हमने फर्स्ट प्रोटेक्ट किया था, उसके बाद 16 में किया था, उसके बाद 18 में किया था, और ये चौथी बार कर रहे हैं हम। तो हमें हमेशा यही वर्बली जो है इंश्योरेंस मिलता है, कभी भी किसी भी DHS ने, किसी भी अफसर ने हमें जो है लिखित में नहीं दिया। इस करके सारे साथी डरे हुए हैं कि कहीं हमारे साथ फिर धोखा ना हो जाए। बस इसी की मजबूरी के कारण जो है हमने ये जो हड़ताल है ये जो है कंटिन्यू रखी है, और जब तक हमारी जो है लिखित उनमें कोई आश्वासन नहीं आ जाता तब तक जो ये हड़ताल नहीं उठेगी। और इसके लिए जो है हम सभी साथी शांतिप्रिय ढंग से यहाँ पे बैठे रहेंगे, और हम उम्मीद करते हैं कि प्रशासन जल्दी से जल्दी हमारी जो ये सुनवाई है, अगर आज शाम को ही दे दें हमें लेटर, तो हम उसी समय, जिस समय लेटर आएगा इंश्योरेंस हमारे हाथ पे, उसी समय हम जो है उठ जाएंगे, ये हम आग्रह करते हैं। और हम जो है सभी को बताना चाहते हैं कि जो हमारे साथ पिछले 10 सालों से 15 सालों से जो हमारे साथ आर्थिक शोषण किया जा रहा है, उसको हम प्रशासन शासन से मांग करेंगे कि कृपया इस चीज़ को जल्दी से जल्दी सुलझाने की कृपा करें, ताकि सबका काम सुचारू रूप से चल सके और हम अपने जो लोग हैं उनकी सेवा कर सकें। जो आजकल जो स्वास्थ्य विभाग की जो सेवाएं बाधित हो रही है, उसमें हम जो है बढ़ चढ़ कर हिस्सा लें। एडवाइज़र सर ने हमारी मीटिंग बुलाई थी, हम सर से मिलने गए थे, वहाँ पर स्पेशल सेक्रेटरी मौजूद थे और हमारे डायरेक्टर मैडम भी मौजूद थे। वहाँ पर सर ने हमें वर्बल एश्योरेंस दी है कि आपका काम जल्द से जल्द किया जाएगा, लेकिन ये वर्बल एश्योरेंस हमें पहले भी मिलती रही है और पिछले 2 महीने से हम इसीलिए अपनी हड़ताल को होल्ड पे डाले हुए थे। लेकिन अब हम जो उठेंगे, जब हड़ताल तब उठाई जाएगी जब हमारी मांगें पूरी मान ली जाएंगी और हमें रिटर्न में कुछ मिल जाएगा। अब जो आज के बाद जो हड़ताल हो, क्योंकि हमें प्रशासन की तरफ से पॉजिटिव रिस्पांस मिला है, उन्होंने कहा है आपका काम जल्द से जल्द किया जाएगा, तो अब हमारी जो हड़ताल होगी यहीं पे बैठ के एडमिनिस्ट्रेशन ब्लॉक के सामने ही शांतिपूर्वक तरीके से की जाएगी। ਤੁਹਾਨੂੰ ਦੱਸਦੀ ਹੈ ਕਿ NHM ਵਰਕਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਚਲਦੇ ਡਿਊਟੀ ਸੈਕਟਰੀਏਟ ਦਾ ਘਿਰਾਓ ਕੀਤਾ ਜਾਣਾ ਸੀ, ਲੇਕਿਨ ਹੁਣ ਉਹਨਾਂ ਫੈਸਲਾ ਲਿਆ ਹੈ ਕਿ ਉਹ ਸੈਕਟਰ 16 ਦੇ ਹਸਪਤਾਲ ਦੇ ਵਿੱਚ ਹੀ ਆਪਣਾ ਰੋਸ ਮੁਜ਼ਾਹਰਾ ਜਾਰੀ ਰੱਖਣਗੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।
ਕੋਈ ਵੀ ਸੂਬਾ ਕੋਈ ਵੀ ਦੇਸ਼ ਤਰੱਕੀ ਤਾਂ ਕਰ ਸਕਦਾ ਜੇ ਉਹਦੇ ਬੱਚੇ ਪੜ੍ਹ ਜਾਣ। ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੜ੍ਹਾਈ ਬਹੁਤ ਮਹਿੰਗੀ ਹੋ ਗਈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਦੀ ਪ੍ਰਾਇਰਟੀ ਐਜੂਕੇਸ਼ਨ ਰਹਿਣੀ ਹੈ। ਖਾਸ ਕਰਕੇ ਗਰੀਬ ਜਨਤਾ ਨੂੰ ਅਸੀਂ ਸ਼ੋਰ ਕਰਦੇ ਹਾਂ ਕਿ ਪੈਸੇ ਕਰਕੇ ਉਹ ਐਜੂਕੇਸ਼ਨ ਤੋਂ ਵਾਂਝੇ ਨਹੀਂ ਰਹਿਣਗੇ। ਅਸੀਂ ਫੈਸਲਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਸਰਕਾਰ ਬਣਤੇ ਪੰਜਾਬ ਦੇ ਬੱਚੀਆਂ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾ ਕੇ ਦੇਵਾਂਗੇ। ਤੁਸੀਂ ਉਹ ਕਾਰਡ ਰਾਹੀਂ ਪੰਜਾਬ ਦੇ ਕਿਸੇ ਵੀ ਕਾਲਜ, ਹਿੰਦੁਸਤਾਨ ਦੇ ਕਿਸੇ ਵੀ ਕਾਲਜ ਜਾਂ ਦੁਨੀਆ ਦੇ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈ ਸਕੋਗੇ। ਉਸ 10 ਲੱਖ ਦੀ ਗਰੰਟੀ ਵੀ ਸਾਡੀ ਪੰਜਾਬ ਸਰਕਾਰ ਦੀ ਹੋਗੀ, ਵਿਆਜ ਵੀ ਅਸੀਂ ਪੰਜਾਬ ਸਰਕਾਰ ਭਰੂਗੀ। ਆ ਸਾਡਾ ਸਾਰੇ ਨਾਲ ਵਾਅਦਾ ਹੈ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।